ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਸਾਫ਼ ਰਿਹਾ। ਮੀਂਹ ਕਣੀ ਦੀ ਕਿਤੋਂ ਖਬਰ ਬਹੁਤੀ ਨਹੀਂ ਆਈ। ਮੌਸਮ ਵਿਭਾਗ ਨੇ ਇਹ ਅੰਦਾਜ਼ਾ ਪੇਸ਼ ਕੀਤਾ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ 'ਚ ਕਈ ਥਾਵਾਂ 'ਤੇ ਮੀਂਹ ਪੈ ਸਕਦਾ। ਲੰਘੇ ਕੱਲ੍ਹ ਸਵੇਰ ਦੇ ਵੇਲੇ ਜਦੋਂ ਬੱਦਲਬਾਈ ਜੀ ਹੋਈ ਤਾਂ ਇਉਂ ਲੱਗਾ ਜੀ ਕਿ ਇੱਕ ਵਾਰ ਫਿਰ ਮੀਂਹ ਆਪਣਾ ਕਹਿਰ ਵਰਾਊਗਾ, ਪਰ ਇੱਦਾਂ ਹੋਇਆ ਨਹੀਂ। ਬਹੁਤੀਆਂ ਥਾਵਾਂ ਦੇ ਉੱਤੇ ਕਹਿਰ ਵਰਾਊਗਾ ਸ਼ਬਦ ਮੈਂ ਤਾਂ ਕਿਹਾ ਕਿਉਂਕਿ 2-3 ਦਿਨ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪਿਆ, ਜਿਹਦੇ ਕਰਕੇ ਫਸਲਾਂ ਵੱਡੀ ਪੱਧਰ ਦੇ ਉੱਤੇ ਬਰਬਾਦ ਹੋਈਆਂ ਜਾਂ ਕਹਿ ਲਈਏ ਵੀ ਨੁਕਸਾਨੀਆਂ ਗਈਆਂ। ਅਤੇ ਇਸ ਕਰਕੇ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਸੂਬੇ ਦੀ ਸਰਕਾਰ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਾਲ ਵਿਭਾਗ ਨੂੰ ਕਹਿ ਕੇ ਤੇ ਗਰਦੌਰੀਆਂ ਕਰਵਾਈਆਂ ਜਾਣ ਨੁਕਸਾਨ ਦੀਆਂ, ਅਤੇ ਉਸ ਤੋਂ ਬਾਅਦ ਬਣਦਾ ਢੁਕਵਾਂ ਮੁਆਵਜ਼ਾ ਜਿਹੜਾ ਉਹ ਕਿਸਾਨਾਂ ਨੂੰ ਮਿਲਣਾ ਚਾਹੀਦਾ, ਜਿਹੜਾ ਕਿ ਆਮ ਤੌਰ ਦੇ ਉੱਤੇ ਕਾਗਜ਼ਾਂ ਪੱਤਰਾਂ ਦੇ ਵਿੱਚ ਹੀ ਰਹਿ ਜਾਂਦਾ। ਇਤਕੀ ਪ੍ਰੈਕਟੀਕਲ ਤੌਰ ਦੇ ਉੱਤੇ ਦੇਣਾ ਚਾਹੀਦਾ। ਚਲੋ ਹੋਰ ਨਹੀਂ ਤਾਂ ਚੋਣਾਂ ਦੇ ਕਰਕੇ ਦੇ ਦਿਓ। ਗੁਲਾਬੀ ਸੁੰਡੀ ਦਾ ਜੇਕਰ ਕਿਸੇ ਨੂੰ ਵੀ ਨਹੀਂ ਪਤਾ ਸੀ ਤਾਂ ਫਿਰ ਕਿਸਾਨ ਨੂੰ ਕਿਹੜਾ ਪਤਾ ਸੀ, ਉਹਦਾ ਨਰਮਾ ਚੱਟ ਕਰ ਗਈ ਉਹ। ਇਸ ਕਰਕੇ ਚਾਹੀਦਾ ਇਹ ਹੈ ਕਿ ਕਿਸਾਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ, ਗੱਲਾਂ ਬਾਤਾਂ ਦੇ ਵਿੱਚ ਨਹੀਂ, ਧਰਨਿਆਂ ਦੇ ਵਿੱਚ ਨਹੀਂ, ਵੀ ਜਿਵੇਂ ਰਾਜਨੀਤਿਕ ਲੋਕ ਧਰਨੇ ਲਾਉਂਦੇ ਆ ਅਤੇ ਉਹ ਜਿਹੜੇ ਕਿਸਾਨਾਂ ਨੇ ਧਰਨੇ ਲਾਏ ਹੋਏ ਉਹਦੇ ਬਰਾਬਰ ਲਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਅਸਲ ਦੇ ਵਿੱਚ ਲੋੜ ਇਸ ਗੱਲ ਦੀ ਹੈ ਵੀ ਅਸੀਂ ਸੱਚੀ ਮੁੱਚੀ ਸੁਹਿਰਦ ਹੋ ਕੇ ਕਿਸਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਬਾਕੀ ਕਿੰਨਾ ਕੁ ਮੌਸਮ ਸਾਫ਼ ਰਹਿੰਦਾ ਉਹਦੇ 48 ਘੰਟਿਆਂ ਦੇ ਵਿੱਚ ਅਤੇ ਕਿੰਨਾ ਕੁ ਮੀਂਹ ਪੈਂਦਾ, ਇਹ ਵਕਤ ਨੇ ਆਪੇ ਬਿਆਨ ਕਰ ਦੇਣਾ। ਪਹਿਲੀ ਵੱਡੀ ਖਬਰ ਹੈਗੀ ਆ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਸਾਨ ਅੰਦੋਲਨ ਦੇ ਵਿੱਚ ਪੁਲ ਬਣਨ ਨਾਲ ਸੰਬੰਧਿਤ। ਪਰ ਉਸ ਤੋਂ ਪਹਿਲਾਂ ਦੱਸਣਾ ਬਣਦਾ ਵੀ ਹੁਣ ਤੱਕ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਰਹੇ ਹਾਂ, ਗੁੰਡੇ, ਬਦਮਾਸ਼, ਗੈਂਗਸਟਰ ਸੜਕਾਂ ਦੇ ਉੱਤੇ ਜਾਂਦੇ ਲੋਕਾਂ 'ਤੇ ਕਿਵੇਂ ਗੋਲੀਆਂ ਭਰਾ ਦਿੰਦੇ ਆ, ਕਿਵੇਂ ਅਦਾਲਤ ਦੇ ਵਿੱਚ ਜਾ ਕੇ ਵੀ ਧੱਕਾ ਕਰਦੇ ਆ। ਪਰ ਲੰਘੇ ਕੱਲ੍ਹ ਦਿੱਲੀ ਦੀ ਰੋਹਿਣੀ ਅਦਾਲਤ ਦੇ ਵਿੱਚ ਵੀ ਇਹੋ ਜਿਹਾ ਹੀ ਕਾਂਡ ਹੋਇਆ, ਕਿਉਂਕਿ ਉੱਥੇ ਇੱਕ ਮੋਸਟ ਵਾਂਟਡ ਬਦਮਾਸ਼ ਆ ਜਿਹੜਾ ਗੈਂਗਸਟਰ, ਉਹਦੀ ਪੇਸ਼ੀ ਸੀ। ਵਕੀਲਾਂ ਦੀ ਡਰੈਸ ਦੇ ਵਿੱਚ 2 ਜਾਣੇ ਆਏ, ਵਕੀਲਾਂ ਦੀ ਵਰਦੀ ਦੇ ਵਿੱਚ, ਅਤੇ ਉਹਨਾਂ ਨੇ ਆ ਕੇ ਉਸ ਗੈਂਗਸਟਰ ਦੇ ਤਾੜ ਕਰਦੀਆਂ ਗੋਲੀਆਂ ਮਾਰੀਆਂ। ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ ਅਤੇ ਜਿਹੜੇ 2 ਜਾਣੇ ਮਾਰਨ ਆਏ ਸੀ ਉਹ ਵੀ ਢੇਰ ਕਰ ਦਿੱਤੇ ਗਏ ਆ। ਯਾਨੀ ਕਿ 3 ਮੌਤਾਂ ਹੋਈਆਂ ਅਤੇ 4 ਦੇ ਕਰੀਬ ਲੋਕ ਜ਼ਖਮੀ ਹੋਏ ਆ। ਅਤੇ ਜੇਕਰ ਅਦਾਲਤਾਂ ਦੇ ਵਿੱਚ ਇਹ ਸਾਰਾ ਕੁਝ ਹੋ ਸਕਦਾ ਹੈ ਅਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਵੀ ਸੜਕਾਂ ਦੇ ਉੱਤੇ ਨਹੀਂ ਹੁੰਦਾ ਹੋਣਾ? ਪਿੰਡਾਂ, ਸ਼ਹਿਰਾਂ, ਕਸਬਿਆਂ ਦੀ ਸੁਰੱਖਿਆ ਅਸੀਂ ਕਿਵੇਂ ਮੰਨ ਸਕਦੇ ਹਾਂ? ਦਿੱਲੀ ਵਰਗੇ ਸ਼ਹਿਰ ਦੇ ਵਿੱਚ, ਰਾਜਧਾਨੀ ਦੇ ਵਿੱਚ ਅਤੇ ਰੋਹਿਣੀ ਅਦਾਲਤ ਦੇ ਵਿੱਚ ਇਹ ਸਾਰਾ ਕੁਝ ਹੋਇਆ, ਜਿਹਦੇ ਬਾਬਤ ਕਦੇ ਕਦੇ ਇਉਂ ਲੱਗਦਾ ਵੀ ਝੂਠ ਜੀ ਗੱਲ ਹੈ। ਪਰ ਮੈਂ ਆਪਣੇ ਅੱਖੀਂ ਵੀਡੀਓ ਦੇਖੀਆਂ ਜਿਹਦੇ ਕਰਕੇ ਇਉਂ ਲੱਗਦਾ ਵੀ ਸੱਚੀ ਮੁੱਚੀ ਹਾਲਾਤ ਨਾਜ਼ੁਕ ਆ, ਖਤਰਨਾਕ ਬਣੇ ਹੋਏ ਆ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਇਹ ਸੋਚਣ ਵਾਸਤੇ ਮਜਬੂਰ ਕਰਦੀ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦਾ ਚਿਹਰਾ ਬਣਨ ਤੋਂ ਪਹਿਲਾਂ ਕਿਸਾਨੀ ਮਸਲਾ ਹੱਲ ਕਰਵਾ ਦੇਣਗੇ? ਉਹ ਕਿਹਦਾ ਚਿਹਰਾ ਬਣਦੇ ਆ, ਕਿਹਦਾ ਨਹੀਂ ਬਣਦੇ, ਇਹ ਉਹਨਾਂ ਦੀ ਨਿੱਜੀ ਮਰਜ਼ੀ ਹੈ। ਪਰ ਜੇਕਰ ਉਹ ਕਿਸਾਨੀ ਮਸਲਾ ਹੱਲ ਕਰਵਾ ਦੇਣ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ, ਧੰਨਵਾਦ ਉਹਨਾਂ ਦਾ ਸਾਰੇ ਹੀ ਕਰ ਦੇਣਗੇ। ਕਿਉਂਕਿ ਵੋਟ ਪਾਉਣੀ ਨਾ ਪਾਉਣੀ ਸਭ ਦੀ ਆਪੋ ਆਪਣੀ ਮਰਜ਼ੀ ਹੈ। ਕਿੱਧਰ ਪਾਸੇ ਜਾਣਾ, ਕਿੱਧਰਲੇ ਪਾਸੇ ਨਹੀਂ ਜਾਣਾ, ਇਹ ਵੀ ਉਹਦੀ ਮਰਜ਼ੀ ਹੈ। ਪਰ ਲੋੜ ਇਸ ਵਕਤ ਕਿਸਾਨ ਅੰਦੋਲਨ ਆ ਜਿਹੜਾ ਉਹ ਜਦੋਂ ਸਿਖਰ ਦੇ ਉੱਤੇ ਆ ਤਾਂ ਫਿਰ ਇਸ ਮਸਲੇ ਦਾ ਹੱਲ ਕੱਢਣ ਦੀ ਵੀ ਹੈ। ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ 35 ਕਿਲੋਮੀਟਰ ਬੈਠੇ ਪਿੱਛੇ ਕਿਸਾਨ ਨਹੀਂ ਦਿਸਦੇ, ਉਹਨਾਂ ਨੂੰ ਪੱਛਮੀ ਬੰਗਾਲ ਵੀ ਦਿਸਦਾ, ਯੂਪੀ ਵੀ ਦਿਸਦਾ ਹੈ। ਹੁਣ ਅਮਰੀਕਾ ਦੇ ਵਿੱਚ ਗਏ ਹੋਏ ਆ, ਉੱਥੇ UN ਦੀਆਂ ਮੀਟਿੰਗਾਂ ਦੇ ਵਿੱਚ ਤਾਂ ਸੰਬੋਧਨ ਕਰਨਗੇ, ਪਰ ਕਦੇ ਉਹਨਾਂ ਨੇ ਇਹ ਨਹੀਂ ਗੱਲ ਕਹੀ ਵੀ ਮੁਝ ਕੋ ਨੰਬਰ ਮਿਲ ਗਿਆ ਔਰ ਮੈਂ ਕਿਸਾਨ ਆਗੂਆਂ ਕੋ फ़ोन ਕਰ लेता हूँ। ਜਦ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਸ ਮੇਰੇ ਤੇ ਕਿਸਾਨਾਂ ਦਰਮਿਆਨ ਇੱਕ फ़ोन ਕਾਲ ਦੀ ਵੇਟ ਆ, ਇੱਕ फ़ोन ਕਾਲ ਦੀ ਦੂਰੀ ਹੈ। ਸੋ ਕੈਪਟਨ ਅਮਰਿੰਦਰ ਸਿੰਘ ਹੋਰੀ ਇੱਕ ਵਾਰ ਫਿਰ ਬੜਕ ਮਾਰ ਕੇ ਗੱਲ ਕਹਿ ਕੇ ਗਏ ਆ। ਉਹ ਕਹਿੰਦੇ ਵੀ ਬੇਸ਼ੱਕ ਮੈਨੂੰ ਕਾਂਗਰਸ ਪਾਰਟੀ ਕੱਲ੍ਹ ਨੂੰ ਕੱਢਣ ਦੀ ਥਾਂ ਦੇ ਉੱਤੇ ਅੱਜ ਹੀ ਬਾਹਰ ਕੱਢ ਦੇਵੇ, ਪਰ ਮੈਂ ਨਵਜੋਤ ਸਿੰਘ ਸਿੱਧੂ ਨੂੰ ਕਦੇ ਮੁੱਖ ਮੰਤਰੀ ਨਹੀਂ ਬਣਨ ਦਿੰਦਾ। ਇਹ ਗੱਲ ਪੱਥਰ 'ਤੇ ਲਕੀਰ ਵਰਗੀ ਵੱਟ 'ਤੇ ਗੱਲ ਪਈ ਹੈ ਵੀ ਇਉਂ ਤਾਂ ਕਦੇ ਹੋਣਾ ਹੀ ਨਹੀਂ। ਸੋ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਵੀ ਕੈਪਟਨ ਸਾਹਿਬ ਜਿਹੜੀ ਅੱਜ ਗੱਲ ਕਰ ਰਹੇ ਆ, ਜੇਕਰ ਉਹਨਾਂ ਨੇ 4.5 ਸਾਲ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰ ਕੇ ਕੰਮਕਾਜ ਕੀਤਾ ਹੁੰਦਾ ਤਾਂ ਉਹਨਾਂ ਨੂੰ ਅੱਜ ਵਾਲੇ ਦਿਨ ਨਾ ਦੇਖਣੇ ਪੈਂਦੇ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਵੀ ਇਹ ਪ੍ਰੀ ਪਲੈਨਡ ਹੁੰਦਾ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਵੀ ਇਹਦੇ ਪਿੱਛੇ ਹਾਲੇ ਹੋਰ ਬਹੁਤ ਕੁਝ ਲੁਕਿਆ ਹੋਇਆ, ਹਾਲੇ ਕਾਂਗਰਸ ਦੇ ਵਿੱਚ ਹੋਰ ਧਮਾਕੇ ਹੋਣੇ ਬਾਕੀ ਹੈ। ਪਤਾ ਨਹੀਂ ਕਿੱਥੇ ਕੀ ਹੋਣਾ, ਪਰ ਪੰਜਾਬ ਦੇ ਲੋਕ ਇਹ ਚਾਹੁੰਦੇ ਵੀ ਜਿੰਨੇ ਕੁ ਮਹੀਨੇ ਬਾਕੀ ਆ ਕਾਂਗਰਸ ਦੀ ਸਰਕਾਰ ਦੇ ਕੋਲ, ਅਤੇ ਉਹਨਾਂ ਮਹੀਨਿਆਂ ਦੇ ਵਿੱਚ ਜਨਾਬ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਵਧੀਆ ਕੰਮ ਕਰਕੇ ਦਿਖਾ ਦੇਣ। ਪਰ ਚੰਨੀ ਸਾਹਿਬ ਨੂੰ ਵੀ ਗੇੜੇ ਤੇ ਗੇੜਾ ਦਿੱਲੀ ਨਾ ਕਢਵਾਈ ਜਾਓ। 5 ਦਿਨਾਂ ਦੇ ਵਿੱਚ ਉਹਨਾਂ ਨੂੰ ਵਿਚਾਰਿਆਂ ਨੂੰ 3 ਗੇੜੇ ਮਰਵਾਤੇ ਦਿੱਲੀ ਦੇ। ਉਹ ਵਾਪਸ ਆਉਂਦੇ ਆ, ਹਾਈਕਮਾਨ ਫਿਰ ਦਿੱਲੀ ਸੱਦ ਲੈਂਦੀ ਹੈ, ਫਿਰ ਵਾਪਸ ਆਉਂਦੇ ਫਿਰ ਦਿੱਲੀ ਸੱਦ ਲੈਂਦੀ ਹੈ। ਕੱਲ੍ਹ ਵੀ ਸੱਦਿਆ ਸੀ, ਕਹਿੰਦੇ ਵੀ ਹਾਈਕਮਾਨ ਦੇ ਨਾਲ ਕੈਬਨਿਟ ਦੇ ਵਿੱਚ ਬਦਲਾਅ ਬਾਰੇ ਅਤੇ ਕਿਹਨੂੰ ਕਿਹੜਾ ਮਹਿਕਮਾ ਮਿਲਣਾ ਇਹਦੇ ਬਾਬਤ ਚਰਚਾ ਕਰਨੀ ਆ। ਸੋ ਇੱਕ ਵਾਰੀ ਗੱਲ ਨਿਬੇੜ ਲੈਣੀ ਚਾਹੀਦੀ ਹੈ। ਜੇਕਰ ਅੱਜ ਦੁਨੀਆ ਭਰ ਦੇ ਕਿਸੇ ਹਿੱਸੇ ਦੇ ਵਿੱਚ ਵਰਚੁਅਲ ਮੀਟਿੰਗ ਹੋ ਜਾਂਦੀ ਹੈ, ਗੱਲਬਾਤ ਦੇ ਹੋਰ ਤੌਰ ਤਰੀਕੇ ਆ, ਵਿਚਾਰ ਵਟਾਂਦਰਾ ਤਕਨੀਕ ਦੇ ਰਾਹੀਂ ਹੋ ਜਾਂਦਾ ਹੈ,
ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਗੇੜੇ ਤੇ ਗੇੜੇ ਨਾ ਕਢਾਈ ਚੱਲੋ, ਉਹਨਾਂ ਦੇ ਨਾਲ ਵੀ ਵਰਚੁਅਲ ਤਰੀਕੇ ਨਾਲ ਗੱਲਬਾਤ ਕਰ ਲਓ। ਲੋਕ ਇਹ ਗੱਲ ਕਹਿੰਦੇ ਆ, ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਹੈ। ਪਹਿਲਾਂ ਅਸੀਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੇਸ਼ੱਕ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਾਰਟੀ ਛੱਡਣ ਦਾ ਸੰਕੇਤ ਨਹੀਂ ਦਿੱਤਾ ਗਿਆ, ਪਰ ਜਿਸ ਤਰ੍ਹਾਂ ਕਾਂਗਰਸ ਹਾਈਕਮਾਨ ਖਾਸ ਕਰਕੇ ਗਾਂਧੀ ਪਰਿਵਾਰ ਤੇ ਨਵਜੋਤ ਸਿੱਧੂ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ, ਇਸ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੈਪਟਨ ਕਿਸੇ ਵੀ ਸਮੇਂ ਕਾਂਗਰਸ ਨੂੰ ਅਲਵਿਦਾ ਆਖ ਸਕਦੇ ਨੇ। ਇਸ ਤਹਿਤ ਉਹਨਾਂ ਨੇ ਸਿਆਸਤ ਨਾ ਛੱਡਣ ਦਾ ਦਾਅਵਾ ਕਰਦੇ ਹੋਏ ਕਰੀਬੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਗਲੇ ਕਦਮ ਨੂੰ ਚੁੱਕਣ ਦਾ ਫੈਸਲਾ ਕਰਨ ਦੀ ਗੱਲ ਆਖੀ ਹੈ। ਹਾਲਾਂਕਿ ਉਹਨਾਂ ਦੇ ਕੋਲੇ ਢੁਕਵੇਂ ਸਿਆਸੀ ਬਦਲ ਨੇ, ਕਿਉਂਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨਾਲ ਕੈਪਟਨ ਦੇ ਰਿਸ਼ਤਿਆਂ ਦੇ ਵਿੱਚ ਜਿੰਨੀ ਕੜਵਾਹਟ ਹੈ ਉਹ ਇੰਨੀ ਆਸਾਨੀ ਨਾਲ ਘੱਟ ਨਹੀਂ ਹੋਵੇਗੀ। ਇਸ ਦੌਰ ਦੇ ਵਿੱਚ ਉਹਨਾਂ ਦੇ ਭਾਜਪਾ ਵਿੱਚ ਜਾਣ ਦੀਆਂ ਅਟਕਲਾਂ ਸਭ ਤੋਂ ਵੱਧ ਲਾਈਆਂ ਜਾ ਰਹੀਆਂ ਨੇ, ਪਰ ਇਸ ਲਈ ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਹੱਲ ਕਰਵਾਉਣਾ ਜ਼ਰੂਰੀ ਹੈ, ਜਿਸ ਦੇ ਮੱਦੇਨਜ਼ਰ ਕੈਪਟਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਦਾ ਚਿਹਰਾ ਬਣਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਕਿਉਂਕਿ ਕਿਸਾਨ ਆਗੂਆਂ ਦੇ ਨਾਲ ਉਹਨਾਂ ਦੇ ਸਬੰਧ ਪਹਿਲੇ ਹੀ ਦਿਨ ਤੋਂ ਚੰਗੇ ਨੇ। ਜਾਣਕਾਰੀ ਮੁਤਾਬਕ ਜਦੋਂ ਨਵੇਂ ਮੁੱਖ ਮੰਤਰੀ ਨੂੰ ਬਣਾਉਣ ਦੀ ਕਵਾਇਦ ਚੱਲ ਰਹੀ ਸੀ ਤਾਂ ਅੰਬਿਕਾ ਸੋਨੀ, ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਪ੍ਰਨੀਤ ਕੌਰ ਦੇ ਨਾਂ ਦੇ ਉੱਤੇ ਵੀ ਚਰਚਾ ਹੋਈ ਸੀ। ਕੁਝ ਵਿਧਾਇਕਾਂ ਨੇ ਵੋਟਿੰਗ ਕਰਾਉਣ ਦੀ ਗੱਲ ਵੀ ਕਹਿ ਦਿੱਤੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਪ੍ਰਨੀਤ ਕੌਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਤੇ ਉਹ ਪਟਿਆਲੇ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੈਪਟਨ ਅਮਰਿੰਦਰ ਸਿੰਘ ਆਉਂਦੇ ਸਮੇਂ ਦੇ ਵਿੱਚ ਕਿਹੜੀ ਉਡਾਰੀ ਮਾਰਦੇ ਆ ਆਪਾਂ ਕੁਝ ਨਹੀਂ ਕਹਿ ਸਕਦੇ। ਕਿਸੇ ਬੰਦੇ ਬਾਰੇ ਕੋਈ ਵੀ ਨਹੀਂ ਕੁਝ ਕਹਿ ਸਕਦਾਗਾ, ਕਿਉਂਕਿ ਪਤਾ ਨਹੀਂ ਹੁੰਦਾ ਕਿਹਨੇ ਅਗਲੇ ਸਕਿੰਟ ਦੇ ਵਿੱਚ ਕੀ ਫੈਸਲਾ ਕਰਨਾ। ਪਰ ਇੰਨੀ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਵੀ ਪੰਜਾਬ ਦੇ ਲੋਕਾਂ ਨੇ ਕੈਪਟਨ ਸਾਹਿਬ ਤੋਂ ਆਸਾਂ ਬਹੁਤ ਕੀਤੀਆਂ, ਪਰ ਉਹ ਆਸਾਂ ਦੇ ਉੱਤੇ ਖਰੇ ਨਹੀਂ ਉਤਰੇ ਤੇ ਸ਼ਰੀਕਾਂ ਨੂੰ ਗੱਲ ਕਰਨ ਦਾ ਮੌਕਾ ਮਿਲ ਗਿਆ। ਜੇਕਰ ਕੈਪਟਨ ਸਾਹਿਬ ਨੂੰ ਇਹ ਲੱਗਦਾ ਵੀ ਮੇਰੇ ਨਾਲ ਧੱਕਾ ਹੋਇਆ ਤਾਂ ਫਿਰ ਪੰਜਾਬ ਦੇ ਲੋਕ ਵੀ ਤਾਂ ਇਹੀ ਗੱਲ ਕਹਿੰਦੇ ਵੀ ਸਾਡੇ ਨਾਲ ਧੱਕਾ ਹੋਇਆ। ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰ ਕੇ ਕੈਪਟਨ ਸਾਹਿਬ ਆਪ ਅੱਜ ਦੇਖ ਲੈਣ, ਜਾਂ ਆਪਦੀ ਕੋਈ ਟੀਮ ਭੇਜ ਕੇ, ਕਿਉਂਕਿ ਉਹ ਪਹਿਲਾਂ ਨਹੀਂ ਮਿਲਦੇ ਸੀ, ਹੁਣ ਤਾਂ ਮਿਲਣਾ ਕਾਹਦਾ, ਉਹ ਟੀਮ ਭੇਜ ਕੇ ਲੋਕਾਂ ਦੇ ਵਿਚਾਰ ਲੈ ਲੈਣ ਵੀ ਭਾਈ ਤੁਸੀਂ ਮੇਰੇ ਰਾਜ ਤੋਂ ਖੁਸ਼ ਸੀ ਜਾਂ ਤੁਹਾਨੂੰ ਮੇਰੇ ਤੋਂ ਕੋਈ ਦਿੱਕਤ ਸੀ, ਕੋਈ ਤਕਲੀਫ ਸੀ। ਬਾਕੀ ਆਮ ਲੋਕਾਂ ਦੀ ਗੱਲ ਵੀ ਚਲੋ ਇੱਕ ਮਿੰਟ ਵਾਸਤੇ ਛੱਡੋ, ਕਾਂਗਰਸ ਦੇ ਚੁਣੇ ਹੋਏ ਨੁਮਾਇੰਦੇ ਤੇ ਮੰਤਰੀ ਇਹ ਗੱਲ ਕਹਿ ਰਹੇ ਆ ਵੀ ਜਨਾਬ ਸਾਨੂੰ ਨਹੀਂ ਮਿਲਦੇਗੇ। ਸੋ ਇਸ ਹਾਲਾਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਿਹੜੇ ਪੰਜਾਬ ਦੀ ਸੇਵਾ ਕਰਦੇ ਸੀ ਇਹਦਾ ਪਤਾ ਨਹੀਂ ਲੱਗ ਰਿਹਾ। ਉਹ ਕਹਿੰਦੇ ਜੀ ਕਿ ਮੈਂ ਤਾਂ 85% ਤੋਂ ਵੱਧ ਮਸਲੇ ਹੱਲ ਕਰਤੇ, ਵਾਅਦੇ ਪੂਰੇ ਕਰਤੇ। ਲੋਕ ਪੰਜਾਬ ਦੇ 85 ਇਹੋ ਜਿਹੇ ਮੈਨੂੰ ਤਾਂ ਹਾਲੇ ਤੱਕ ਲੱਭੇ ਨਹੀਂ ਜਿਹੜੇ ਕਹਿੰਦੇ ਹੁਣ ਜੀ ਕਿ ਸਾਨੂੰ ਪਤਾ ਵੀ ਉਹਨਾਂ ਨੇ ਵਾਅਦੇ ਕਿਹੜੇ ਪੂਰੇ ਕਰਤੇ ਆ। ਸੋ ਇਸ ਹਾਲਾਤ ਦੇ ਵਿੱਚ ਬਹੁਤ ਕੁਝ ਲੋਕਾਂ ਦੇ ਮਨ ਦੇ ਵਿੱਚ ਸਵਾਲਾਂ ਦੇ ਰੂਪ 'ਚ ਚੱਲਦਾ ਹੈ। ਇਹ ਗੱਲ ਸੱਚੀ ਹੈ ਵੀ ਕਿਸੇ ਵੀ ਪਾਰਟੀ ਦੇ ਲਈ ਆਉਂਦੇ ਸਮੇਂ ਦੇ ਵਿੱਚ ਰਾਹ ਇੰਨਾ ਪੱਧਰਾ ਨਹੀਂ ਹੋਣਾ ਜਿੰਨਾ ਕਿ ਸਮਝਿਆ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕੋਈ ਨਾ ਕੋਈ ਵੱਡਾ ਸਿਆਸੀ ਧਮਾਕਾ ਤਾਂ ਕਰਨਗੇ, ਤਾਂ ਗੱਲ ਪੱਕੀ ਹੈ, ਪਰ ਜੇਕਰ ਉਹ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਮਸਲਾ ਹੱਲ ਕਰਵਾ ਕੇ ਤੇ ਬੀਜੇਪੀ ਦੇ ਵਿੱਚ ਜਾਂਦੇ ਆ ਤੇ ਬੀਜੇਪੀ ਦਾ ਪੰਜਾਬ ਦੇ ਵਿੱਚ ਚਿਹਰਾ ਬਣਦੇ ਆ, ਤਾਂ ਇਹ ਵਕਤ ਬਿਆਨ ਕਰੂਗਾ ਵੀ ਭਾਈ ਉਹਨਾਂ ਦਾ ਪ੍ਰਭਾਵ ਕਿਹੋ ਜਿਹਾ। ਕਿਉਂਕਿ ਜੇਕਰ ਹੁਣ ਤੱਕ ਇਹ ਗੱਲ ਕਹੀ ਜਾਂਦੀ ਵੀ ਕੈਪਟਨ ਸਾਹਿਬ ਲੋਕਾਂ ਦੀ ਉਮੀਦ ਤੇ ਖਰੇ ਨਹੀਂ ਉਤਰੇ, ਤੇ ਮੰਨ ਲਓ ਬੀਜੇਪੀ ਦੇ ਵਿੱਚ ਜਾ ਕੇ ਫਿਰ ਸੀਐਮ ਚਿਹਰਾ ਬਣਦੇ ਆ ਉਦਾਹਰਨ ਦੇ ਤੌਰ ਦੇ ਉੱਤੇ, ਮੰਨ ਲਓ 1 ਮਿੰਟ ਦੇ ਲਈ, ਤਾਂ ਫਿਰ ਵੀ ਤਾਂ ਮਨੁੱਖ ਉਹੀ ਹੈ ਤੇ ਫਿਰ ਲੋਕ ਕਹਿਣਗੇ ਵੀ ਹੁਣ ਇਹਨਾਂ ਨੇ ਕਿਹੜੇ ਕਮਾਲ ਕਰ ਦੇਣੀ ਆ। ਜੇ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਕੀਤੇ ਹੁਣ ਬਹੁਤ ਸਾਰੇ ਕੰਮ, ਵਾਅਦੇ ਸੱਚੀ ਮੁੱਚੀ ਪੂਰੇ ਕੀਤੇ ਹੋਣ, ਤੇ ਕਾਂਗਰਸ ਨੇ ਕੀਤਾ ਹੋਵੇ ਧੱਕਾ ਤੇ ਉਹ ਕਿਸੇ ਹੋਰ ਪਾਰਟੀ ਦੇ ਵੱਲੋਂ ਸੀਐਮ ਚਿਹਰਾ ਬਣ ਕੇ ਆਉਣ, ਲੋਕ ਕਹਿਣ ਵੀ ਬੰਦਾ ਬਹੁਤ ਵਧੀਆ, ਧੱਕਾ ਹੋਇਆ ਇਹਦੇ ਨਾਲ ਖੜਨਾ। ਪਰ ਪੰਜਾਬ ਦੇ ਲੋਕ ਤਾਂ ਇਹ ਗੱਲ ਕਹਿੰਦੇ ਆ ਵੀ ਨਵੇਂ ਮੁੱਖ ਮੰਤਰੀ ਤੋਂ ਸਾਨੂੰ ਮਾੜੀ ਮੋਟੀ ਆਸ ਬੱਝੀ ਹੈ ਤੇ ਕੈਪਟਨ ਸਾਹਿਬ ਨੇ ਕੀਤਾ ਕੁਛ ਨਹੀਂ ਗਾ, ਇਸ ਕਰਕੇ ਬਦਲ ਪਹਿਲਾਂ ਹੀ ਦੇਣਾ ਚਾਹੀਦਾ ਸੀ। ਸੋ ਇਹੋ ਜਿਹੇ ਹਾਲਾਤ ਬਣੇ ਹੋਏ ਆ। ਪਰ ਬੀਜੇਪੀ ਨੇ ਜਿਸ ਤਰੀਕੇ ਦੇ ਨਾਲ ਕੈਪਟਨ ਦੀਆਂ ਸਿਫਤਾਂ ਦੇ ਪੁਲ ਬੰਨਣੇ ਸ਼ੁਰੂ ਕੀਤੇ ਆ ਉਹ ਹੈਰਾਨੀਜਨਕ ਹੈ। ਲੰਘੇ ਕੱਲ੍ਹ ਹਰਜੀਤ ਗਰੇਵਾਲ ਹੋਰਾਂ ਨੇ ਕਿਹਾ, ਉਹ ਕਹਿੰਦੇ ਵੀ ਕੈਪਟਨ ਸਾਹਿਬ ਬਹੁਤ ਵੱਡੇ ਕੱਦ ਦੇ ਨੇਤਾ, ਪੰਜਾਬ ਨੂੰ ਇਹਨਾਂ ਦੀ ਹਾਲੇ ਬਹੁਤ ਵੱਡੀ ਜ਼ਰੂਰਤ ਹੈ। ਉਧਰ ਪਤਾ ਲੱਗਾ ਜੀ ਕਿ ਪੰਜਾਬ ਦੇ ਕਈ ਹੋਰ ਬੀਜੇਪੀ ਨੇਤਾ ਤੇ ਅਨਿਲ ਵਿਜ ਵੀ ਵਾਰ-ਵਾਰ ਇਹ ਗੱਲ ਕਹਿੰਦੇ ਆ ਵੀ ਇਹੀ ਰਾਸ਼ਟਰੀ ਏਕਤਾ ਦਾ ਪ੍ਰਤੀਕ ਨੇ ਕੈਪਟਨ ਅਮਰਿੰਦਰ ਸਿੰਘ। ਸੋ ਪਤਾ ਨਹੀਂ ਆਉਂਦੇ ਸਮੇਂ ਦੇ ਵਿੱਚ ਕਿਹਨੇ ਮੋੜ ਕੱਟਣਾ, ਪਰ ਜਿਸ ਤਰੀਕੇ ਦੇ ਨਾਲ ਉਹ ਇਹ ਗੱਲ ਕਹਿ ਰਹੇ ਆ ਕੈਪਟਨ ਸਾਹਿਬ ਕਿ ਮੇਰੇ ਨਾਲ ਗਾਂਧੀ ਪਰਿਵਾਰ ਨੇ ਧੱਕਾ ਕੀਤਾ, ਜ਼ਿਆਦਤੀ ਹੋ ਗਈ ਹੈ, ਜ਼ਲਾਲਤ ਦਾ ਸਾਹਮਣਾ ਕਰਵਾਇਆ ਤੇ ਕਾਂਗਰਸ ਅੱਗੋਂ ਉਹਨਾਂ ਨੂੰ ਮੋੜਵਾਂ ਉੱਤਰ ਦੇ ਰਹੀ ਹੈ। ਤੇ ਹੁਣ ਇੱਕ ਹੋਰ ਗੱਲ ਕਮਾਲ ਦੀ ਹੈ, ਮੈਂ ਅੱਜ ਇਹ ਸੋਚ ਰਿਹਾ ਸੀ ਵੀ ਭਾਈ ਸਮਾਂ ਕਿਵੇਂ ਪਲਟੀ ਮਾਰਦਾ। ਕਦੇ ਇਹ ਗੱਲ ਕਹਿੰਦੇ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਫੈਸਲੇ ਚੰਗੇ ਨਹੀਂ ਲੱਗਦੇ ਉਹ ਪਾਰਟੀ ਛੱਡ ਕੇ ਜਾ ਸਕਦਾ। ਤੇ ਅੱਜ ਨਵਜੋਤ ਸਿੰਘ ਸਿੱਧੂ ਦੀ ਘਰਵਾਲੀ ਇਹ ਗੱਲ ਕਹਿ ਰਹੀ ਹੈ, ਨਵਜੋਤ ਕੌਰ, ਵੀ ਜੇਕਰ ਹਾਈ ਕਮਾਨ ਦੇ ਫੈਸਲੇ ਕੈਪਟਨ ਨੂੰ ਪਸੰਦ ਨਹੀਂ, ਉਹਨਾਂ ਦੀ ਨੱਕ ਦੇ ਥੱਲੇ ਨਹੀਂ, ਤਾਂ ਕੈਪਟਨ ਸਾਹਿਬ ਪਾਰਟੀ ਛੱਡ ਕੇ ਚਲੇ ਜਾਣ। ਸੋ ਬੰਦਾ ਬਦਲ ਗਿਆ, ਕਿਹਨੇ ਕੀ ਕਹਿਣਾ ਤਰੀਕਾ ਉਹੀ ਹੈ, ਪਰ ਕਿਹਨੇ ਕਿਹਾ ਤੇ ਪਹਿਲਾਂ ਕਿਹਨੇ ਸੁਣਿਆ ਇਹਦੇ ਵਿੱਚ ਹੁਣ ਕਾਫੀ ਅੰਤਰ ਆ ਗਿਆ। ਸੋ ਕੈਪਟਨ ਸਾਹਿਬ ਨੂੰ ਆਉਂਦੇ ਸਮੇਂ ਦੇ ਵਿੱਚ ਸਵੈ ਚਿੰਤਨ ਵੀ ਕਰਨਾ ਚਾਹੀਦਾ ਕਿ ਮੈਂ ਕਿੱਥੇ ਜੇ ਗਲਤ ਹਾਂ
ਬਾਕੀ ਵੀ ਸਭ ਨੂੰ ਹੀ ਕਰਨਾ ਚਾਹੀਦਾ ਵੈਸੇ ਤਾਂ ਵੀ ਭਾਈ ਅਸੀਂ ਕਿੱਥੇ ਜੇ ਗਲਤ ਆ ਤੇ ਕਿੰਨੇ ਕੁ ਸਹੀ ਆ, ਪਰ ਇਸ ਵੇਲੇ ਜੇਕਰ ਚਰਨਜੀਤ ਸਿੰਘ ਚੰਨੀ ਹੋਰੀ ਚੰਗੇ ਕੰਮ ਕਰਦੇ ਆ ਤਾਂ ਉਹਨਾਂ ਦੀ ਸਿਫਤ ਕੁੱਲ ਦੁਨੀਆ ਦੇ ਵਿੱਚ ਹੋਊਗੀ, ਕੁੱਲ ਪੰਜਾਬੀਆਂ ਦੇ ਵਿੱਚ ਹੋਊਗੀ, ਇਹ ਗੱਲ ਪੱਕੀ ਆ। ਆਸ ਕਰਨੀ ਬਣਦੀ ਆ ਕਿਉਂਕਿ ਨਿਰਾਸ਼ਾਜਨਕ ਗੱਲ ਨਹੀਂ ਕਰਨੀ ਚਾਹੀਦੀ। ਪਰ ਇੱਕ ਵੀਡੀਓ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੰਪਰੂਵਮੈਂਟ ਟਰਸਟ ਦੇ ਨਵੇਂ ਬਣੇ ਜਿਹੜੇ ਚੇਅਰਮੈਨ ਆ ਅੰਮ੍ਰਿਤਸਰ ਦੇ, ਉਹਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਲੱਗਦੇ ਆ ਤੇ ਨਾਲ ਚਰਨਜੀਤ ਸਿੰਘ ਚੰਨੀ ਹੋਰੀ ਜਦੋਂ ਉਹ ਉਹਨਾਂ ਨੂੰ ਐਂ ਫੜਾਉਂਦੇ ਨਿਯੁਕਤੀ ਪੱਤਰ ਉਸ ਬੰਦੇ ਨੂੰ, ਤਾਂ ਚੰਨੀ ਹੋਰੀ ਹੱਥ ਦੇ ਵਿੱਚੋਂ ਖੋਹ ਕੇ ਆਪਦੀ ਐਨਕ ਲਾ ਕੇ ਉਹਨੂੰ ਧਿਆਨ ਨਾਲ ਪੜ੍ਹਦੇ ਵੀ ਵਿੱਚ ਇਹਦੇ ਲਿਖਿਆ ਕੀ ਹੋਇਆ। ਸ਼ਾਇਦ ਉਹ ਇਹ ਸੰਕੇਤ ਦੇਣਾ ਚਾਹੁੰਦੇ ਆ ਵੀ ਯਾਰੀ ਦੋਸਤੀ ਆਪਣੀ ਥਾਂ ਦੇ ਉੱਤੇ, ਪਿਆਰ ਬਰਕਰਾਰ ਰਹੂਗਾ, ਪਰ ਜਿਹੜਾ ਕੰਮ ਮੇਰਾ ਉਹ ਤਾਂ ਮੈਨੂੰ ਕਰਨ ਦਿਓ ਨਾ, ਮੈਂ ਮੁੱਖ ਮੰਤਰੀ ਆ, ਤੁਸੀਂ ਕੋਈ ਮੰਤਰੀ ਵੀ ਨਹੀਂ, ਤੁਸੀਂ ਪਾਰਟੀ ਦੇ ਪ੍ਰਧਾਨ ਆ, ਇਹਨਾਂ ਕੰਮ ਮੈਨੂੰ ਕਰ ਲੈਣਾ ਚਾਹੀਦਾ। ਸੋ ਇਦਾਂ ਦੀਆਂ ਗੱਲਾਂ ਹੁਣ ਚੱਲ ਰਹੀਆਂ। ਵੀਡੀਓ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਹੋ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਦਿਨ ਦੇ ਲਈ ਅਮਰੀਕਾ ਦੇ ਦੌਰੇ ਤੇ ਗਏ ਹੋਏ ਆ। ਉਹਨਾਂ ਨੇ ਉੱਥੇ ਪਤਾ ਲੱਗਾ ਜੀ ਕਿ ਸੰਯੁਕਤ ਰਾਸ਼ਟਰ ਦੀ ਮੀਟਿੰਗ ਨੂੰ ਸੰਬੋਧਨ ਵੀ ਕਰਨਾ, ਉੱਥੇ ਵੱਖ-ਵੱਖ ਦੇਸ਼ਾਂ ਦੇ ਹੋਰ ਨੇਤਾ ਵੀ ਹੋਣਗੇ ਤੇ ਉੱਥੇ ਹੁਣ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ। ਇਹ ਵੀ ਖਬਰਾਂ ਪ੍ਰਾਪਤ ਹੋਈਆਂ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਿਸਾਨਾਂ ਨੂੰ ਮਿਲਣ ਦੀ ਥਾਂ ਦੇ ਉੱਤੇ ਤੇ ਬਾਹਰਲੇ ਦੇਸ਼ਾਂ ਦੇ ਵੱਖ-ਵੱਖ ਕੰਪਨੀਆਂ ਦੇ CEO ਨੂੰ ਮਿਲ ਰਹੇ ਆ। ਕੀ ਕਿਸਾਨ ਆਪਣੇ ਨਹੀਂ? ਕੀ ਕਿਸਾਨ ਇਸ ਦੇਸ਼ ਦੇ ਨਹੀਂ? ਕੀ ਕਿਸਾਨ ਸੱਚੀ ਦੇਸ਼ ਧਰੋਹੀ ਹੈ? ਤੇ ਜੇਕਰ ਕਿਸਾਨ ਗਲਤ ਹੈ ਤੇ ਫਿਰ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕਰੋ, ਇਹਨਾਂ ਨੂੰ ਬਾਰਡਰਾਂ ਤੇ ਨਾ ਬਿਠਾਓ, ਫਿਰ ਸਿੱਖਾਂ ਦੇ ਪਿੱਛੇ ਸੁੱਟੋ। ਬਦਨਾਮ ਕਰਨ ਦੇ ਲਈ ਬੀਜੇਪੀ ਦੇ ਵੱਖ-ਵੱਖ ਆਗੂਆਂ ਨੇ ਕਸਰ ਕੋਈ ਨਹੀਂ ਛੱਡੀ। ਪਰ ਹੁਣ ਕਿਸਾਨ ਇਹ ਗੱਲ ਕਹਿੰਦੇ ਆ ਕਿ ਭਾਈ ਅਮਰੀਕਾ ਦੇ ਲੋਕ ਜਾਗਦੇ ਰਹਿਣ, ਅਮਰੀਕਾ ਦੇ ਲੋਕ ਵੱਧ ਤੋਂ ਵੱਧ ਵਿਰੋਧ ਕਰਨ। ਭਾਵੇਂ ਕੋਈ ਇਹ ਵੀ ਗੱਲ ਕਵੇ ਵੀ ਇਹ ਤਾਂ ਗਲਤ ਗੱਲ ਕਹੀ ਜਾ ਰਹੀ ਹੈ, ਆਪਾਂ ਵਿਦੇਸ਼ਾਂ ਦੇ ਵਿੱਚ ਇੱਦਾਂ ਕਿਉਂ ਕਰਦੇ ਆ? ਜੇਕਰ ਸਾਡਾ ਚੁਣਿਆ ਹੋਇਆ ਸਨਮਾਨਯੋਗ ਨੇਤਾ ਵਿਦੇਸ਼ ਦੇ ਵਿੱਚ ਜਾਊਗਾ ਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਭਾਰਤੀ ਭੈਣਾਂ ਵੀਰ ਆ, ਪੰਜਾਬ ਦੇ ਭੈਣਾਂ ਵੀਰ ਆ, ਉਹਨਾਂ ਦੀਆਂ ਜੜ੍ਹਾਂ ਤਾਂ ਇੱਥੇ ਜੁੜੀਆਂ ਤੇ ਉਹ ਇਹਨਾਂ ਜੜ੍ਹਾਂ ਨੂੰ ਜਦੋਂ ਖੋਖਲੀਆਂ ਕਰਨੀਆਂ ਕੋਸ਼ਿਸ਼ਾਂ ਕਰ ਰਹੀਆਂ ਕਈ ਪਾਰਟੀਆਂ, ਤਾਂ ਫਿਰ ਉਹਨਾਂ ਨੇ ਤਪਣਾ ਕੁਦਰਤੀ ਆ। ਹੁਣ ਰਾਕੇਸ਼ ਟਕੈਤ ਹੋਰਾਂ ਨੇ ਗੱਲ ਕਹੀ ਹੈ ਵੀ ਜਿਹੜੇ ਵੀ ਅਮਰੀਕਾ ਦੇ ਵਿੱਚ ਭਾਰਤੀ ਵੀਰ ਵਸਦੇ ਆ, ਭੈਣਾਂ ਵਸਦੀਆਂ, ਉਹ ਇਸ ਗੱਲ ਨੂੰ ਸੋਚ ਲੈਣ ਕਿ ਤੁਹਾਡੇ ਭੈਣਾਂ ਭਰਾ 700 ਦੇ ਕਰੀਬ, 750 ਦੇ ਕਰੀਬ ਬਾਰਡਰਾਂ ਦੇ ਉੱਤੇ ਦਮ ਹੁਣ ਤੱਕ ਤੋੜ ਚੁੱਕੇ ਆ। 10 ਮਹੀਨਿਆਂ ਤੋਂ ਅਸੀਂ ਸੁੱਕਣੇ ਪਾਏ ਹੋਏ ਆ। ਇਸ ਕਰਕੇ ਪ੍ਰਧਾਨ ਮੰਤਰੀ ਦਾ ਅਮਰੀਕਾ ਦੇ ਵਿੱਚ ਥਾਂ-ਥਾਂ ਤੇ ਵਿਰੋਧ ਕਰੋ, ਨੋ ਫਾਰਮਰ ਨੋ ਫੂਡ ਦੇ ਸਟਿੱਕਰ ਲਾਓ, ਝੰਡੇ ਲੈ ਕੇ ਨਾਅਰੇ ਲਾਓ ਇਹਨਾਂ ਦੇ ਖਿਲਾਫ, ਸੋ ਤਾਂ ਜੋ ਬਾਕੀ ਦੇਸ਼ਾਂ ਦੇ ਨੇਤਾਵਾਂ ਨੂੰ ਵੀ ਪਤਾ ਲੱਗੇ ਕਿ ਜਨਾਬ ਮੋਦੀ ਸਾਹਿਬ ਡਿਜੀਟਲ ਭਾਰਤ ਦੀ ਗੱਲ ਤਾਂ ਕਰਦੇ ਆ, ਕਹਿੰਦੇ ਆ ਵੀ ਦੇਸ਼ ਨੂੰ ਅਸੀਂ ਬਹੁਤ ਉੱਤੇ ਪਹੁੰਚਾ ਦੇਣਾ, ਪਰ ਇੰਨਾ ਉੱਤੇ ਨਾ ਪਹੁੰਚਾ ਦੇਣ ਵੀ ਦਿਸਣਾ ਹੀ ਬੰਦ ਹੋ ਜੇ। ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਦਾ ਵਿਰੋਧ ਕਰੋ ਜ਼ੋਰਦਾਰ। ਇਹੀ ਗੱਲ ਕੱਲ੍ਹ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਹੀ ਹੈ। ਉਹ ਕਹਿੰਦੇ ਵੀ ਜ਼ਰੂਰਤ ਇਸ ਵਕਤ ਇਸ ਗੱਲ ਦੀ ਆ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਸ਼ੀਸ਼ਾ ਦਿਖਾਇਆ ਜਾਵੇ। ਸਾਰੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਅਮਰੀਕਾ ਦੇ ਵਿੱਚ ਵਸਦੇ ਆ, ਜਿੱਥੇ-ਜਿੱਥੇ ਵੀ PM ਸਾਹਿਬ ਸਾਡੇ ਜਾਣ, ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ, ਇਹਨਾਂ ਨੂੰ ਅਹਿਸਾਸ ਕਰਾਇਆ ਜਾਵੇ ਵੀ ਇਹ ਅੰਦੋਲਨ ਇਕੱਲੇ ਭਾਰਤ ਦੇ ਵਿੱਚ ਹੀ ਨਹੀਂ, ਇਹ ਤਾਂ ਪਹਿਲਾਂ ਕਹਿੰਦੇ ਸੀ ਇੱਕ ਸੂਬੇ ਦੇ ਵਿੱਚ ਆ, ਫਿਰ BJP ਦੇ ਆਗੂ ਕਹਿੰਦੇ 2 'ਚ, ਫਿਰ ਕਹਿੰਦੇ 3 'ਚ, ਫਿਰ ਕਹਿੰਦੇ ਕੁਝ ਕੁ ਸੂਬਿਆਂ ਦੇ ਵਿੱਚ ਆ। ਇਹਨਾਂ ਨੂੰ ਪਤਾ ਲੱਗੇ ਵੀ ਦੁਨੀਆ ਭਰ ਦੇ ਵਿੱਚ ਇਸ ਅੰਦੋਲਨ ਦੀ ਚਰਚਾ, ਤੇ ਸਾਰੇ ਹੀ ਇਸ ਗੱਲ ਦੇ ਉੱਤੇ ਦੁੱਖ ਮਹਿਸੂਸ ਕਰ ਰਹੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਜਾਗਦੇ ਕਿਉਂ ਨਹੀਂ, ਕਿਸਾਨੀ ਮਸਲਾ ਹੱਲ ਕਰਦੇ ਕਿਉਂ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਕੈਤ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ 10 ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਸ਼ਨੀਵਾਰ ਨੂੰ ਨਿਊਯਾਰਕ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ। ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੋਦੀ ਨਾਲ ਮੁਲਾਕਾਤ ਦੌਰਾਨ ਭਾਰਤੀ ਕਿਸਾਨਾਂ ਦੀਆਂ ਚਿੰਤਾਵਾਂ ਦੇ ਉੱਤੇ ਧਿਆਨ ਦੇਣ। ਅਮਰੀਕਾ ਦੇ ਵਿੱਚ ਭਾਰਤੀਆਂ ਨੂੰ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਟਕੈਤ ਨੇ ਦਾਅਵਾ ਕੀਤਾ ਕਿ ਵਿਵਾਦਿਤ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨ ਜਾਨ ਗਵਾ ਚੁੱਕੇ ਨੇ, ਪਰ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਤਿਆਰ ਨਹੀਂ। ਬੁੱਧਵਾਰ ਨੂੰ 4 ਦਿਨ ਦੀ ਯਾਤਰਾ ਦੇ ਉੱਤੇ ਅਮਰੀਕਾ ਪਹੁੰਚੇ ਨੇ ਪ੍ਰਧਾਨ ਮੰਤਰੀ ਮੋਦੀ, ਜਿੱਥੇ ਉਹਨਾਂ ਨੇ ਜੋ ਬਾਈਡਨ ਤੇ ਹੋਰ ਵੱਖ-ਵੱਖ ਨੇਤਾਵਾਂ ਨਾਲ ਮੀਟਿੰਗ ਕਰਨੀ ਹੈ। ਮੋਦੀ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਸੰਬੋਧਨ ਕਰਨਗੇ। ਟਕੈਤ ਨੇ ਇੱਕ ਵੀਡੀਓ ਦੇ ਵਿੱਚ ਕਿਹਾ, ਅਸੀਂ ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਅਪੀਲ ਕਰਦੇ ਹਾਂ ਕਿ 25 ਸਤੰਬਰ ਨੂੰ ਨਿਊਯਾਰਕ ਦੇ ਇੱਕ ਪ੍ਰੋਗਰਾਮ ਦੇ ਵਿੱਚ ਉਹ ਹਿੱਸਾ ਲੈਣ ਜਾਣਗੇ। ਅਮਰੀਕਾ ਦੇ ਵਿੱਚ ਸਾਰੇ ਭਾਰਤੀਆਂ ਨੂੰ ਆਪਣੇ ਵਾਹਨਾਂ ਦੇ ਉੱਤੇ ਕਿਸਾਨਾਂ ਦਾ ਝੰਡਾ ਤੇ ਨੋ ਫਾਰਮਰ ਨੋ ਫੂਡ ਦਾ ਬੈਨਰ ਲਾਉਣਾ ਚਾਹੀਦਾ ਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਪਣਾ ਵਿਰੋਧ ਵੱਧ ਤੋਂ ਵੱਧ ਦਰਜ ਕਰਵਾਉਣਾ ਚਾਹੀਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਵੀ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਤੰਗ ਪਰੇਸ਼ਾਨ ਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਜਾਂ ਖੇਤੀਬਾੜੀ ਮੰਤਰੀ ਸਾਹਿਬ ਇਸ ਗੱਲ ਦਾ ਖਿਆਲ ਕਿਉਂ ਨਹੀਂ ਕਰ ਰਹੇ? ਦੇਖੋ, ਕੈਨੇਡਾ ਦੇ ਵਿੱਚ ਵੀ ਇਹ ਆਵਾਜ਼ ਉੱਠੀ, ਨਿਊਜ਼ੀਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ ਆਵਾਜ਼ ਉੱਠੀ, ਪਰ ਜਦੋਂ ਜਿਹਨੇ ਆਵਾਜ਼ ਚੁੱਕੀ, ਭਾਰਤ ਦੀ ਸਰਕਾਰ ਨੇ ਉਹਦੇ 'ਤੇ ਇਤਰਾਜ਼ ਜ਼ਾਹਰ ਕੀਤਾ ਕਿ ਤੁਸੀਂ ਸਾਡੇ ਮਾਮਲਿਆਂ 'ਚ ਕਿਉਂ ਬੋਲਦੇ ਆ। ਪਰ ਜੇਕਰ ਹੋਰ ਕਿਸੇ ਦੇਸ਼ ਦੇ ਵਿੱਚ ਕੁਝ ਹੋਵੇ, ਸਾਨੂੰ ਪੂਰਾ ਅਧਿਕਾਰ ਆ ਬੋਲਣ ਦਾ।
ਉਧਰਲਾ ਦੇਸ਼ ਸਾਡੀ ਸਿਫਤ ਕਰੀ ਜਾਵੇ ਕੋਈ ਬਾਹਰਲਾ, ਪਰ ਸਾਡੀ ਆਲੋਚਨਾ ਨਾ ਕਰੇ, ਅਸੀਂ ਆਲੋਚਨਾ ਬਰਦਾਸ਼ਤ ਨਹੀਂ ਕਰਦੇ। ਸਾਡੇ ਵਿੱਚ ਬਹੁਤ ਸਾਰੇ ਨੇਤਾ ਇਹੋ ਜਿਹੇ ਆ ਜਿਨ੍ਹਾਂ ਨੂੰ ਜੇਕਰ ਕੋਈ ਆਲੋਚਨਾਤਮਕ ਸ਼ਬਦ ਦੀ ਜਿਹੜੀ ਆ ਉਹ ਸਾਹਮਣਾ ਕਰਨਾ ਪੈ ਜੇ, ਸੱਤੀ ਕੱਪੜੀ ਅੱਗ ਲੱਗ ਜਾਂਦੀ ਵੀ ਭਾਈ ਇੱਦਾਂ ਕਾਹਤੋਂ ਕਹਿਤਾ, ਜਦ ਕਿ ਸੱਚ ਤਾਂ ਸੱਚ ਹੀ ਰਹਿੰਦਾ। ਸੋ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਕਿੰਨਾ ਕੁ ਵਿਰੋਧ ਹੋਊਗਾ ਅਮਰੀਕਾ ਦੇ ਵਿੱਚ? ਕੀ ਉਹਨਾਂ ਦੇ ਉੱਤੇ ਕੋਈ ਅਸਰ ਹੋਊਗਾ ਜੇਕਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਾਈ ਮੇਰਾ ਵਿਰੋਧ ਹੋ ਰਿਹਾ? ਕੀ ਅਮਰੀਕਾ ਦੇ ਰਾਸ਼ਟਰਪਤੀ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਕਿਸਾਨੀ ਮੁੱਦੇ ਦੇ ਉੱਤੇ ਗੱਲਬਾਤ ਕਰਨਗੇ? ਕੀ ਬਾਕੀ ਦੇਸ਼ਾਂ ਦੇ ਨੇਤਾ ਜਿਹੜੇ ਪਹੁੰਚਣਗੇ ਉਹਨਾਂ ਦੇ ਮੂਹਰੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਕਿਰਕਰੀ ਹੋਊਗੀ ਜਾਂ ਨਹੀਂ? ਇਹ ਆਉਣ ਵਾਲੇ ਸਮੇਂ ਦੇ ਵਿੱਚ ਸਵਾਲ ਸਾਰੇ ਖੁੱਲ੍ਹ ਕੇ ਉੱਤਰ ਦੇ ਰੂਪ 'ਚ ਸਾਹਮਣੇ ਆ ਜਾਣੇ ਆ। ਪਰ ਗੱਲ ਇਹ ਹੈ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਹੈ, 10 ਮਹੀਨੇ ਥੋੜ੍ਹੇ ਨਹੀਂ ਹੁੰਦੇ। 10 ਮਹੀਨਿਆਂ ਦੇ ਵਿੱਚ ਸਰਕਾਰਾਂ ਬਦਲ ਜਾਂਦੀਆਂ, ਟੁੱਟ ਜਾਂਦੀਆਂ, ਨਵੀਆਂ ਆ ਜਾਂਦੀਆਂ, ਪਰ ਇਹਨਾਂ ਕਿਸਾਨਾਂ ਦਾ ਸਿਰੜ ਦੇਖੋ। ਇਹ ਵੀ ਸਾਡੇ ਦੇਸ਼ ਦੇ ਸੁਹਿਰਦ ਕਿਸਾਨ ਹੀ ਆ, ਜਿਹੜੇ ਪੁੰਜੇ ਸੌਂਦੇ ਆ, ਜਿਹੜੇ ਹੈਲੀਕਾਪਟਰਾਂ 'ਚ ਘੁੰਮਦੇ ਆ, ਉਹ ਬਦਲ ਜਾਂਦੇ ਆ। ਇਹ ਸੜਕਾਂ ਦੇ ਉੱਤੇ ਸੌਂ ਕੇ ਨਹੀਂ ਬਦਲੇ। ਇਸ ਕਰਕੇ ਇਹਨਾਂ ਨੂੰ ਮਨੁੱਖ ਸਮਝਿਆ ਜਾਵੇ। ਕੀ ਪਤਾ ਇਹਨਾਂ ਦੇ ਵਿੱਚੋਂ ਕਿੰਨਿਆਂ ਨੇ ਤੁਹਾਨੂੰ ਵੋਟਾਂ ਪਾਈਆਂ, ਬੀਜੇਪੀ ਨੂੰ ਵੋਟਾਂ ਪਾਈਆਂ ਹੋ ਸਕਦੀਆਂ। ਇਹ ਵਿਰੋਧ ਤਾਂ ਹੁਣ 10 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਸ਼ੁਰੂ ਹੋਇਆ। ਪਹਿਲਾਂ ਤਾਂ ਇਹ ਸਮਝਦੇ ਸੀ ਸਾਰੇ ਵੀ ਤੁਸੀਂ ਸਾਡੇ ਆਪਣੇ ਹੋ, ਅਸੀਂ ਤੁਹਾਡੇ ਆਪਣੇ ਆ। ਤੁਸੀਂ ਜੇਕਰ ਇਹ ਗੱਲ ਵੇਲੇ ਸਿਰ ਮੁਕਾ ਦਿੰਦੇ, ਮਸਲਾ ਹੱਲ ਕਰ ਦਿੰਦੇ, ਤਾਂ ਹੁਣ ਤੱਕ ਗੱਲ ਖਤਮ ਹੋ ਜਾਣੀ ਸੀ। ਪਰ ਇਸ ਅੰਦੋਲਨ ਨੂੰ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਚਹੇਤਿਆਂ ਨੇ ਲਮਕਾਇਆ, ਤੁਸੀਂ ਆਪ ਲਮਕਾਇਆ। ਇਸ ਕਰਕੇ ਇਸ ਮਸਲੇ ਦੇ ਉੱਤੇ ਢੁਕਵਾਂ ਹੱਲ ਹੁਣ ਕੱਢਣਾ ਚਾਹੀਦਾ। ਲੰਘੇ ਕੱਲ੍ਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਅਕਾਲੀ ਦਲ ਦੇ ਆਗੂਆਂ ਦਾ ਵਫਦ ਲੈ ਕੇ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਰਾਂ ਨੂੰ ਮਿਲਿਆ ਗਿਆ। ਬਨਵਾਰੀ ਲਾਲ ਪੁਰੋਹਿਤ ਹੋਰਾਂ ਨੂੰ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ, ਜਿਹਦੇ ਵਿੱਚ ਭਾਰਤਮਾਲਾ ਵਿਕਾਸ ਪ੍ਰੋਜੈਕਟ ਦੇ ਨਾਂ ਦੇ ਉੱਤੇ ਸੜਕਾਂ, ਹਾਈਵੇ ਬਣਾਉਣ ਦੇ ਨਾਂ ਦੇ ਉੱਤੇ ਜੋ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ, ਉਹਨੂੰ ਕੌਡੀਆਂ ਦੇ ਭਾਅ ਦੇ ਉੱਤੇ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ, ਇਹਦਾ ਵਿਰੋਧ ਕੀਤਾ। ਉਹਨਾਂ ਨੇ ਮੰਗ ਪੱਤਰ ਦਿੱਤਾ ਰਾਜਪਾਲ ਸਾਹਿਬ ਨੂੰ ਕਿ ਤੁਸੀਂ ਢੁਕਵਾਂ ਮੁਆਵਜ਼ਾ ਦਿਵਾਓ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਨਵੇਂ ਬੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਿਰਾਓ ਕਰਾਂਗੇ, ਕਿਉਂਕਿ ਇਹ ਕਿਸਾਨਾਂ ਦੀ ਆਰਥਿਕਤਾ ਦੇ ਨਾਲ ਜੁੜਿਆ ਹੋਇਆ ਸਵਾਲ ਹੈ। ਜੇਕਰ ਜ਼ਮੀਨਾਂ ਕੌਡੀਆਂ ਦੇ ਭਾਅ ਖਰੀਦ ਲਈਆਂ ਤੇ ਉਮਰ ਭਰ ਦੇ ਲਈ ਚਲੀ ਜਾਣੀ ਹੈ ਜ਼ਮੀਨ, ਤੇ ਬੰਦਾ ਖਾਊਗਾ ਕੀ? ਪੈਸੇ ਤਾਂ ਜਿੰਨੇ ਮਰਜ਼ੀ ਹੋਣ, ਦਿਨਾਂ ਚਾਰਾਂ ਦੇ ਵਿੱਚ ਖੁਰ ਜਾਂਦੇ ਆ। ਕੋਈ ਘਰ ਦੇ ਵਿੱਚ, ਹਰ ਘਰ 'ਚ ਇੰਨੀਆਂ ਲੋੜਾਂ ਹੁੰਦੀਆਂ ਵੀ ਖੱਲੀ ਖੂੰਜੀ ਪੈਸੇ ਵੜ ਜਾਂਦੇ ਆ। ਪਰ ਉਹਨਾਂ ਨੇ ਗੱਲ ਕਹੀ ਆ ਕਿ ਢੁਕਵੇਂ ਪੈਸੇ ਮਿਲਣੇ ਚਾਹੀਦੇ ਆ। ਪਰ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ ਖਦਸ਼ਾ ਵੀ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਜੀ ਕਿ ਸਾਨੂੰ ਇਸ ਗੱਲ ਦਾ ਪਤਾ ਕਿ 20 ਦਿਨਾਂ ਦੇ ਵਿੱਚ ਅਕਾਲੀ ਦਲ ਦੇ ਆਗੂਆਂ ਨੂੰ ਅੰਦਰ ਤੁੰਨਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਇਹਨਾਂ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਆ, ਵੱਡੇ ਪੱਧਰ ਦੇ ਉੱਤੇ ਅਫਸਰ ਉਰੇ ਪਰੇ ਕੀਤੇ ਜਾ ਰਹੇ ਆ, ਸਿਰਫ ਸਾਨੂੰ ਗ੍ਰਿਫਤਾਰ ਕਰਨ ਦੇ ਲਈ, ਸਿਰਫ ਅਕਾਲੀ ਦਲ ਨੂੰ ਸਿੱਖਾਂ ਦੇ ਪਿੱਛੇ ਕਰਨ ਦੇ ਲਈ, ਤਾਂ ਜੋ ਇਹ ਆਪਣੀ ਰਾਜਨੀਤੀ ਚਮਕਾ ਲੈਣ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਇਹ ਗੱਲ ਕਹਿ ਕੇ ਹਟੇ ਆ। ਉਹ ਕਹਿੰਦੇ ਜੀ ਮੈਨੂੰ ਵਾਰ-ਵਾਰ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਸੀ ਵੀ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਸਿੱਖਾਂ ਪਿੱਛੇ ਕਿਉਂ ਨਹੀਂ ਕੀਤਾ। ਉਹ ਕਹਿੰਦੇ ਜੀ ਹੁਣ ਤਾਂ ਸਰਕਾਰ ਤੁਹਾਡੀ ਆਪਣੀ ਆ, ਤੁਹਾਡੇ ਹੱਥਾਂ ਦੇ ਵਿੱਚ ਆ, ਕਰ ਲਓ। ਹੁਣ ਤੁਸੀਂ ਕਰ ਦਿਓ ਸਿੱਖਾਂ ਦੇ ਪਿੱਛੇ ਬੰਦ। ਜੇਕਰ ਤੁਹਾਡੇ ਕੋਲੇ ਅਧਿਕਾਰ ਹੈਗੇ ਤਾਂ ਕਰ ਲਓ, ਜੇ ਨਹੀਂ ਹੈਗੇ ਤਾਂ ਫਿਰ ਮੈਨੂੰ ਕਾਹਤੋਂ ਕਹਿੰਦੇ ਸੀ। ਸੋ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤਾਂ ਕਾਨੂੰਨ ਦੇ ਮੁਤਾਬਕ ਚੱਲਦਾ ਸੀ। ਜੇਕਰ ਇਹਨਾਂ ਨੂੰ ਇਹ ਲੱਗਦਾ ਜੀ ਕਿ ਮੈਂ ਸਹੀ ਨਹੀਂ ਸੀ ਚੱਲਦਾ, ਤਾਂ ਸੁਖਬੀਰ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਰੰਧਾਵਾ ਸਾਹਿਬ ਜਾਂ ਹੋਰ ਜਿੰਨੇ ਵੀ ਨੇਤਾ, ਉਹ ਹੁਣ ਜੋ ਮਰਜ਼ੀ ਕਾਰਵਾਈ ਕਰ ਲੈਣ। ਕਰਨੀ ਤਾਂ ਕੁਛ ਨਾ ਕੁਛ ਚਾਹੀਦੀ ਕਾਰਵਾਈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਾਂਗਰਸ ਨੂੰ ਲੰਮੇ ਹੱਥੀ ਲਿਆ। ਉਹਨਾਂ ਨੇ ਵੱਡੇ ਹਮਲੇ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦਾ ਨਿਸ਼ਾਨਾ ਨੌਜਵਾਨਾਂ ਨੂੰ ਨੌਕਰੀ ਦੇਣਾ ਨਹੀਂ, ਸਗੋਂ ਇਸ ਵਕਤ ਜੋ ਪਿਛਲੇ 4.5 ਸਾਲ ਦੀ ਲੁੱਟ ਹੈ ਉਹਨੂੰ ਪਰੇ ਕਰਕੇ ਤੇ ਖੁਦ ਨੂੰ ਦੁੱਧ ਧੋਤੇ ਦੱਸਣਾ। ਉਹਨਾਂ ਨੇ ਕਿਹਾ ਕਿ ਅਫਸਰਾਂ ਦੀ ਅਪੁਆਇੰਟਮੈਂਟ ਸਿਰਫ ਅਕਾਲੀਆਂ ਨੂੰ ਅੰਦਰ ਕਰਨ ਦੇ ਲਈ ਹੋ ਰਹੀ ਹੈ। 20 ਦਿਨ ਦੇ ਅੰਦਰ ਅਕਾਲੀਆਂ ਨੂੰ ਅੰਦਰ ਕਰਨ ਦੀ ਗੱਲ ਹੋ ਰਹੀ ਹੈ। ਉਹਨਾਂ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਤੁਸੀਂ ਸਮਾਂ ਖਰਾਬ ਨਾ ਕਰੋ, ਸਾਨੂੰ ਦੱਸੋ ਕਿ ਅਸੀਂ ਕਿੱਥੇ ਆਉਣਾ, ਖੁਦ ਆ ਜਾਵਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨਾ ਜੇਲ੍ਹਾਂ ਤੋਂ ਡਰੇ ਨੇ, ਨਾ ਹੀ ਡਰਨਗੇ, ਤੇ ਅਸੀਂ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਰਹੇ ਹਾਂ ਤੇ ਲੜਦੇ ਰਹਾਂਗੇ। ਦਰਅਸਲ ਸੁਖਬੀਰ ਸਿੰਘ ਬਾਦਲ ਭਾਰਤਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀ ਜ਼ਮੀਨ ਦਾ ਬਹੁਤ ਘੱਟ ਮੁੱਲ ਦਿੱਤੇ ਜਾਣ ਨੂੰ ਲੈ ਕੇ ਰਾਜਪਾਲ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਸਨ। ਉਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਇਹ ਸਾਰੇ ਸਵਾਲ ਜਵਾਬ ਕੀਤੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਇਹ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਕਿ ਕੀ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਿੱਧੂ ਹੋਰੀ ਕੋਈ ਕਾਰਵਾਈ ਕਰਵਾਉਣਗੇ, ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਲੰਘੇ ਵੇਲੇ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਆ। ਸਿੱਧੂ ਹੋਰੀ ਤਾਂ ਨੰਗੇ ਚਿੱਟੇ ਗੱਲ ਕਹਿੰਦੇ ਕਿ ਆਪਾਂ ਟੰਗ ਦੇਣੇ ਆ, ਆਪਾਂ ਐਂ ਕਰ ਦੇਣੇ ਆ। ਕੀ ਹੁਣ ਇਹ ਸਾਰਾ ਕੁਝ ਹੋ ਸਕੂਗਾ? ਕੀ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੋਊਗਾ? ਕੀ ਕਾਨੂੰਨ ਇਸ ਗੱਲ ਦੀ ਆਗਿਆ ਦੇਊਗਾ? ਕੀ ਕਾਂਗਰਸ ਆਪਣੇ ਆਪ ਦੇ ਉਭਾਰ ਦੇ ਲਈ ਇਹ ਸਾਰਾ ਕੁਝ ਕਰ ਰਹੀ ਹੈ? ਤੇ ਕੀ ਸੱਚੀ ਮੁੱਚੀ ਇਹੋ ਜਿਹੀ ਨੌਬਤ ਆਊਗੀ
ਵੀ ਇਦਾਂ ਕਿਸੇ ਨੂੰ ਅੰਦਰ ਕੀਤਾ ਵੀ ਜਾ ਸਕਦਾ ਹੈ। ਇਹ ਸਮੇਂ ਨੇ ਸਾਰੀ ਕਹਾਣੀ ਆਪ ਬਿਆਨ ਕਰਨੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਕਹਿਣੀ ਸ਼ੁਰੂ ਕੀਤੀ ਹੈ ਤੇ ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਆ ਵੀ ਜੇਕਰ ਕਾਂਗਰਸ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਵੀ ਭਾਈ ਇਹਨੂੰ ਫੜ ਕੇ ਅੰਦਰ ਕਰ ਦਿਓ, ਤਾਂ ਫਿਰ ਵਕਤ ਦੱਸੂਗਾ ਵੀ ਭਾਈ ਕਿਹਨੂੰ ਫਾਇਦਾ ਹੁੰਦਾ ਤੇ ਕਿਹਨੂੰ ਨੁਕਸਾਨ ਹੁੰਦਾ। ਕਿਉਂਕਿ ਕਾਂਗਰਸ ਸ਼ਾਇਦ ਇਹ ਸੋਚਦੀ ਹੋਵੇ ਵੀ ਸਾਨੂੰ ਫਾਇਦਾ ਹੋ ਜਾਣਾ, ਵੀ ਦੇਖੋ ਅਸੀਂ ਆਹ ਵਾਅਦਾ ਪੂਰਾ ਕਰਤਾ, ਪਰ ਇਹ ਵਕਤ ਦੱਸੂਗਾ ਵੀ ਲੋਕਾਂ ਦਾ ਮਿਜਾਜ਼ ਕੀ ਕਹਿੰਦਾ, ਲੋਕ ਕਿਹੜੇ ਪਾਸੇ ਨੂੰ ਤੁਰਦੇ, ਲੋਕਾਂ ਦੀ ਸੋਚਣੀ ਕੀ ਕਹਿੰਦੀ ਹੈ, ਲੋਕਾਂ ਦੀ ਧਾਰਨਾ ਕੀ ਬਣਦੀ ਹੈ। ਪਰ ਗੱਲ ਇਹ ਹੈ ਵੀ ਕਾਨੂੰਨ ਦੇ ਮੁਤਾਬਕ ਸਭ ਕੁਝ ਹੋਣਾ ਚਾਹੀਦਾ, ਕਾਨੂੰਨ ਤੋਂ ਬਾਹਰ ਜਾ ਕੇ ਹੋਣਾ ਨਹੀਂ ਚਾਹੀਦਾ। ਤੇ ਪਰ ਇਸ ਵਕਤ ਸੂਬੇ ਦੀ ਸਰਕਾਰ ਦੇ ਉੱਤੇ ਜ਼ਿੰਮੇਵਾਰੀਆਂ ਬਹੁਤ ਸਾਰੀਆਂ, ਉਹ ਸਹੀ ਤਰੀਕੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰੇ। ਲੋਕਾਂ ਨੇ ਜਿਹਨੂੰ ਚੁਣਨਾ, ਜਿਹਨੂੰ ਵੋਟ ਪਾਉਣੀ ਜਾਂ ਨਹੀਂ ਪਾਉਣੀ, ਇਹ ਲੋਕਾਂ ਦੇ ਉੱਤੇ ਛੱਡ ਦੇਣੀ ਚਾਹੀਦੀ ਗੱਲ, ਕਿਸੇ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਸਭ ਤੋਂ ਵੱਡੀ ਗੱਲ ਇਹ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।